ਸਾਹਿਬ ਜੀ ਨਿਵਾੜਿਓ ਨਿਵਾੜ ਗੁਰੂ ਨਿਤਾੜਿਓ ਕੇ ਤਾਰ ਨਿਉਟਿਓ ਕੇ ਓਟ ਨਿਆਸਰਿਓ ਕੇ ਆਸਰਾ मैं मूर्ख की केतक बात है कौन पराती दरियारे गुरु नानक जिन सुनिया देखिया से फिर गुरबास न परिया रे ऐसा बाजी सहसा हार ऐसा बाजी सहसा ऐसा बाजी सहसा जितना आया रे स्वामी
ਕਿਰਪਾ ਤਿਸ ਕਿਰਪਾ ਕਰ ਹਿਰਦੈ ਵਸੈ ਕਿਰਪਾ ਕਰ ਹਿਰਦੈ ਵਸੈ ਐਸਾ ਬਾਣੀ ਸੰਸਾਰ ਐਸਾ ਬਾਣੀ ਸੰਸਾਰ ਨਾ ਚੇਤੇ ਹਰ ਨਾਮਾ ਐਸਾ ਬਾਣੀ ਸੰਸਾਰ ਐਸਾ ਬਾਣੀ ਸੰਸਾਰ ਨਾ ਚੇਤੇ ਹਰ ਨਾਮਾ ਐਸਾ ਬਾਣੀ ਸੰਸਾਰ ਐਸਾ ਬਾਣੀ ਸੰਸਾਰ तिसको जम नहीं आवे मेरा तिसको जम नहीं आवे मेरा जिसे सहाय गोविंद मेरा जिसे सहाय गोविंद मेरा तिसको जम नहीं आवे मेरा तिसको जम नहीं आवे मेरा तिसको जम नहीं आवे मेरा जिसे सहाय गोविंद मेरा जिसे सहाय
ਸਾਥੀ ਦਰ ਗਏ ਬੋਲੇ ਕੂੜ ਸਾਥੀ ਦਰ ਗਏ ਬੋਲੇ ਕੂੜ ਸਿਰ ਹਾਥ ਛੋੜੇ ਅੰਧਾ
सहाय गोविंद मेरा तिसै सहाय गोविंद मेरा तिसै सहाय गोविंद मेरा गोविंद मेरा गोविंद मेरा रोगी का प्रभ खंडोरो रोगी का प्रभ खंडोरो सर्व रोगी का प्रभ खंडोरो रोगी का
ਪ੍ਰਭ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਾਰ ਸੁਆਮੀ ਤਾਤੇ ਬਿਰਥਾ ਹੋਏ ਨਾ ਜਾਏ ਰੋਗੀ ਦਾ ਪ੍ਰਭ ਖੰਡੋ ਰੋਗ ਦੁਖੀਏ ਦਾ ਮਿਟਾਵੋ ਪ੍ਰਭ ਸੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਦਿਖਾਵੇ ਕੋ ਤੁਮ ਖਾਨ ਦਿਖਾਓ ਦਾਸ ਆਪਣੇ ਕੋ ਭਗਤੀ ਲਾਓ ਦਾਸ ਆਪਣੇ ਕੋ ਭਗਤੀ ਲਾਓ ਦੁਖੀਏ ਕਾ ਪਿੰਡਾਵੋ ਪ੍ਰਭ ਸੋਗ ਦੁਖੀਏ ਕਾ ਪਿੰਡਾਵੋ ਪ੍ਰਭ ਸੋਗ ਰੋਗੇ ਕਾ ਪ੍ਰਭ ਖੰਡੋ ਸਾਰੇ ਬੜੇ ਰੋਗੇ ਕਾ ਪ੍ਰਭ ਖੰਡੋ ਪ੍ਰਭ ਖੰਡੋ ਰੋਗ ਪ੍ਰਭ ਖੰਡੋ ਰੋਗ ਪ੍ਰਭ ਖੰਡੋ ਰੋਗ ਪ੍ਰਭ ਖੰਡੋ ਰੋਗ ਪ੍ਰਭ ਖੰਡੋ ਰੋਗੀ ਕਾ ਰੋਗੀ ਨਿਮਾਣੇ ਕੋ ਪ੍ਰਭ ਦੇ ਗੋਵਾਨ ਮੂੜ ਮੁਗਲ ਹੋਏ ਜਤ ਸੁਖਿਆਰਾ ਮੂੜ ਮੁਗਦ ਹੋਏ ਤਤ ਸੁਭਾਨ ਸਤਿ ਪਿਆਰਾ
ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋ ਜੋ ਦੀਸੈ ਸੋ ਸੋ ਲੋਕੀ, ਜੋ ਜੋ ਦੀਸੈ ਸੋ ਸੋ ਲੋਕੀ। ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਹਉਮੈ ਰੋਗ ਮਾਨੁਖ ਕੋ ਦੀਨਾ, ਨਾਮ ਰੋਗ ਮੈਂ ਕਲ ਬਸ ਲੀਨਾ। ਦ੍ਰਿਸ਼ਟ ਰੋਗ ਪਦ ਮੁਏ ਬਨੰਗਾ, ਨਾਮ ਰੋਗ ਖਪ ਮੁਏ ਕਰੰਗਾ। ਦ੍ਰਿਸ਼ਟ ਰੋਗ ਪਦ ਮੁਏ ਬਨੰਗਾ, ਨਾਮ ਰੋਗ ਖਪ ਗਏ ਗੁਰੰਗਾ। ਜੋ ਜੋ ਦੀਸੈ ਸੋ ਸੋ ਲੋਕੀ, ਜੋ ਜੋ ਦੀਸੈ ਸੋ ਸੋ ਲੋਕੀ। ਰੋਗ ਰਹਿਤ ਮੇਰਾ ਸਤਿਗੁਰ ਜੋਗੀ,
ਸਾਰੇ ਪੜੋ। ਜੋ ਜੋ ਦੀਸੈ ਸੋ ਸੋ ਰੋਗੀ, ਭੋਗ ਰਹਿਤ ਮੇਰਾ ਸਤਿਗੁਰ ਜੋਗੀ, ਭੋਗ ਰਹਿਤ ਮੇਰਾ ਸਤਿਗੁਰ ਜੋਗੀ। ਸਤਿਗੁਰ ਰੋਗ ਕਤ ਹੈ ਨਾ ਜਾਵੇ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਮੇਰਾ ਸਤਿਗੁਰ ਜੋਗੀ, ਮੇਰਾ ਰੋਗੇ ਮਰਤਾ ਰੋਗੇ ਜਨਮ ਰੋਗੇ ਫਿਰ ਜੋਨੀ ਮਰ ਰੋਗ ਬੰਦ ਰਹਿਨ ਰਤੇ ਨਾ ਪਾਵੈ, ਇਹ ਸਤ ਰੋਗ ਕਤ ਹੈ ਨਾ ਜਾਵੇ। ਰੋਗ ਬੰਦ ਰਹਿਨ ਰਤੇ ਨਾ ਪਾਵੈ, ਇਹ ਸਤਿਗੁਰ ਰੋਗ ਕਤ ਹੈ ਨਾ ਜਾਵੇ। ਜੋ ਜੋ ਦੀਸੈ ਸੋ ਸੋ ਰੋਗੀ, ਜੋ ਜੋ ਦੀਸੈ ਸੋ ਸੋ ਰੋਗੀ, ਭੋਗ ਰਹਿਤ ਮੇਰਾ ਸਤਿਗੁਰ ਜੋਗੀ, ਭੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋ ਜੋ ਦੀਸੈ ਸੋ ਸੋ ਰੋਗੀ, ਜੋ ਜੋ ਦੀਸੈ ਸੋ ਸੋ ਰੋਗੀ, ਜੋ ਜੋ ਦੀਸੈ ਸੋ ਸੋ ਰੋਗੀ, ਭੋਗ ਰਹਿਤ ਮੇਰਾ ਸਤਿਗੁਰ ਜੋਗੀ।
ਸਾਧ ਸੰਗ ਪਾਇਆ ਕਹੁ ਨਾਨਕ ਗੁਰ ਰੋਗ ਮਿਟਾਇਆ ਕਹੁ ਨਾਨਕ ਗੁਰ ਰੋਗ ਮਿਟਾਇਆ ਟੂਟੇ ਬੰਧਨ ਸਾਧ ਸੰਗ ਪਾਇਆ ਕਹੁ ਨਾਨਕ ਗੁਰ ਰੋਗ ਮਿਟਾਇਆ ਕਹੁ ਨਾਨਕ ਗੁਰ ਰੋਗ ਮਿਟਾਇਆ ਜੋ ਜੋ ਦੀਸੈ ਸੋ ਸੋਈ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਜੋ ਜੋ ਦੀਸੈ ਸੋ ਸੋ ਰੋਗੀ ਜੋ ਜੋ ਦੀਸੈ पार ब्रह्म जिसकी दया बाह पकड़ रोगों कट गया ਬਾਬਾ ਪਕੜ ਰੋਗੋਂ ਕੱਢ ਲਿਆ बाह पकड़ रोगों कट गया साध संग पाया कहो नानक गुर रोग मिटाया ਕਹੁ ਨਾਨਕ ਗੁਰ ਰੋਗ ਮਿਟਾਇਆ जो जो दीसै सो सो रोगी ਜੋ ਜੋ ਦੀਸੈ ਸੋ ਸੋ ਰੋਗੀ जो जो दीसै सो सो रोगी रोग रहत मेरा सतगुर जोगी रोग रहत मेरा सतगुर जोगी
ਸਤਿਗੁਰ ਜੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤ। ਸਰੀਰਕ ਤੌਰ ਤੇ ਸਾਨੂੰ ਜਦੋਂ ਕੋਈ ਪ੍ਰੋਬਲਮ ਹੁੰਦੀ ਹੈ, ਕੁਝ ਤਾਂ ਸਾਨੂੰ ਆਪ ਨੂੰ ਵੀ ਪਤਾ ਹੁੰਦਾ ਹੈ ਕੀ ਕਾਰਨ ਹੈ ਔਰ ਕਿਸ ਤਰ੍ਹਾਂ ਠੀਕ ਹੋ ਗਿਆ। ਜਦੋਂ ਨਹੀਂ ਸਮਝ ਪੈਂਦੀ ਫਿਰ ਡਾਕਟਰ ਕੋਲ ਜਾਂਦੇ। ਕੁਝ ਕੁ ਸਮਝ ਡਾਕਟਰ ਨੂੰ ਵੀ ਪੈ ਜਾਂਦੀ ਹੈ ਤੇ ਕਈ ਵਾਰੀ ਪਹਿਲੀ ਵਾਰ ਉਹ ਦਵਾਈ ਵੀ ਦੇ ਦਿੰਦਾ। ਫਿਰ ਜਦੋਂ ਨਹੀਂ ਠੀਕ ਹੁੰਦਾ ਇਨਸਾਨ, ਫਿਰ ਡਾਕਟਰ ਕਹਿੰਦਾ ਸਕੈਨਿੰਗ ਕਰਾਓ, MRI ਕਰਾਓ, ਔਰ ਇੱਦਾਂ ਦਾ ਬੜਾ ਕੁਝ ਹੁੰਦਾ ਹੈ ਕਿਉਂਕਿ ਕੋਈ ਰੋਗ ਬਹੁਤ ਡੂੰਘਾ ਹੁੰਦਾ ਹੈ, ਗੁੱਝਾ ਰੋਗ ਹੁੰਦਾ। ਫਿਰ ਯਤਨ ਕਰਦੇ ਆ, ਉਹ ਮੈਡੀਸਨ ਲੈਂਦੇ ਆ, ਸਹਿਜੇ ਸਹਿਜੇ ਗੁਰੂ ਕਿਰਪਾ ਦੇ ਸਦਕਾ ਠੀਕ ਵੀ ਹੋ ਜਾਂਦਾ ਹੈ। ਪਰ ਇਹ ਹੁੰਦੀ ਹੈ ਸਰੀਰ ਦੀ ਗੱਲ। ਸਤਿਗੁਰੂ ਬੇਅੰਤ ਬਾਣੀ ਅੰਦਰ ਐਸੀ ਜਗ੍ਹਾ ਦੱਸਦੇ ਨੇ ਕਿ ਮਨ ਨੂੰ ਜਿਹੜੇ ਰੋਗ ਚਿਮੜੇ ਨੇ ਉਹਦੀ ਜਿਹੜੀ ਸਕੈਨਿੰਗ ਹੈ ਗੁਰੂ ਹੀ ਕਰ ਸਕਦਾ ਹੈ। ਆਖੋ ਸਤਨਾਮ ਵਾਹਿਗੁਰੂ। ਪਰ ਸ਼ਰਤ ਇੰਨੀ ਹੈ ਕਿ ਅਸੀਂ ਇਹ ਮਨ ਗੁਰੂ ਅੱਗੇ ਰੱਖੀਏ ਤਾਂ ਸਹੀ। ਡਾਕਟਰ ਕੋਲ ਤੇ ਜਾਣਾ ਹੀ ਪੈਂਦਾ। ਮਨ ਅਸੀਂ ਗੁਰੂ ਅੱਗੇ ਰੱਖਦੇ ਨਹੀਂ, ਖੋਲ੍ਹਦੇ ਨਹੀਂ ਇਸ ਮਨ। ਮੈਂ ਸਵੇਰੇ ਦੀ ਬੇਨਤੀ ਕੀਤੀ ਸੀ, ਜਨਮ ਜਨਮ ਕੀ ਇਸ ਮਨ ਕੋ ਮਨ ਲੱਗ। ਇਸ ਨੂੰ ਬਚਨ ਸੁਣਨੇ, ਸੇਵਾ ਕਰਨੀ, ਸ਼ਬਦ ਪੜ੍ਹਨਾ, ਸ਼ਬਦ ਵਿਚਾਰ ਕਰਨੀ ਚੰਗੀ ਨਹੀਂ, ਮਿੱਠਾ ਨਹੀਂ ਲੱਗਦਾ। ਨਾਮ ਮਿੱਠਾ ਨਹੀਂ ਲੱਗਦਾ। ਆਪਾਂ ਬਚਨ ਪੜ੍ਹਦੇ ਹਾਂ ਰੋਜ਼ਾਨਾ, ਆਖਾਂ ਜੀਵਾਂ ਵਿਸਰੈ ਮਰ ਜਾਓ। ਆਖਣ ਔਖਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਔਖਾ ਕਿਹਦੇ ਵਾਸਤੇ ਔਖਾ? ਜਿਸ ਦੇ ਮਨ ਨੂੰ ਮੈਲ ਲੱਗੀ ਉਸ ਨੂੰ ਨਾਮ ਚੰਗਾ ਨਹੀਂ ਲੱਗਦਾ। ਜਿਹੜੇ ਗੁਰੂ ਪਿਆਰ ਵਾਲੇ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਨੇ, ਕਈ ਵਾਰੀ ਤੁਸੀਂ ਧਿਆਨ ਦਿੱਤਾ ਹੋਣਾ, ਫੋਨ ਵੀ ਕਰੋ ਨਾ ਤੇ ਅੱਗੋਂ ਹੈਲੋ ਦੀ ਜਗ੍ਹਾ ਵਾਹਿਗੁਰੂ ਜੀ ਕਹਿੰਦੇ, ਕਿਉਂਕਿ ਪਤਾ ਹੈ ਕਿ ਕਿਤੇ ਇੱਕ ਵਾਰੀ ਵਾਹਿਗੁਰੂ ਨਿਕਲਿਆ ਜਨਮਾਂ ਜਨਮਾਂਤਰਾਂ ਨੂੰ ਸਫਲ ਕਰ ਸਕਦਾ ਹੈ। ਆਖੋ ਸਤਨਾਮ ਵਾਹਿਗੁਰੂ। ਫਿਰ ਆਖੋ ਸਤਨਾਮ। ਮਨ ਦੇ ਜਿਹੜੇ ਰੋਗ ਨੇ ਉਹ ਸਤਿਗੁਰੂ ਨੇ ਸਾਨੂੰ ਸ਼ਬਦ ਅੰਦਰ ਸਮਝਾਇਆ। ਪੰਜ ਵਿਕਾਰ ਜਿਹੜੇ ਇਸ ਨੂੰ ਚਿਮੜੇ ਹੋਏ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤੇ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ ਤਾਂ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਤੁਸੀਂ ਵਸ ਕਰ ਸਕਦੇ ਹੋ, ਹੰਕਾਰ ਵਸ ਨਹੀਂ। ਜਿਉਂ-ਜਿਉਂ ਉਮਰ ਵੱਧਦੀ ਹੈ ਤਿਉਂ-ਤਿਉਂ ਇਹ ਵੱਧਦਾ ਜਾਂਦਾ ਹੈ ਕਿ ਮੇਰਾ ਐਕਸਪੀਰੀਅੰਸ ਬਹੁਤ ਹੈ, ਮੇਰੀ ਉਮਰ ਵੱਡੀ ਹੈ। ਪਰ ਇੱਕ ਗੱਲ ਦਾ ਸਾਧ ਸੰਗਤ ਖਿਆਲ ਰੱਖਣਾ, ਬੱਚਾ ਜਿਤਨਾ ਚਿਰ ਛੋਟਾ ਹੈ ਨਾ, ਮੈਂ ਅਕਸਰ ਬੇਨਤੀ ਕਰਦਾ, ਬੱਚਾ ਜਿੰਨਾ ਚਿਰ ਛੋਟਾ ਹੈ ਅਸੀਂ ਉਸ ਦੀ ਜਿੱਦ ਵੀ ਮੰਨ ਲੈਂਦੇ ਹਾਂ, ਉਸ ਨੂੰ ਪਿਆਰ ਵੀ ਪੂਰਾ ਕਰਦੇ ਹਾਂ, ਉਸ ਦੀ ਕੇਅਰ ਵੀ ਪੂਰੀ ਕਰਦੇ ਹਾਂ। ਉਹ ਸਾਡੇ ਕੋਲੋਂ ਅਸੀਂ ਨਹੀਂ ਵੀ ਕੁਝ ਦੇਣਾ ਹੁੰਦਾ ਲੈ ਕੇ ਤੇ ਜਿੱਦ ਕਰਕੇ ਪ੍ਰਾਪਤ ਕਰ ਲੈਂਦਾ, ਕਿਉਂਕਿ ਛੋਟਾ ਹੈ, ਬੱਚਾ ਹੈ, ਹਾਲੇ ਉਸ ਦੇ ਮਨ ਵਿੱਚ ਮੈਲ ਨਹੀਂ। ਪਰ ਫਿਰ
ਇੱਕ ਸਮਾਂ ਤੋਂ ਕਲਯੁਗ ਹੈ, ਇੱਕ ਸਮਾਂ ਐਸਾ ਬਣ ਜਾਂਦਾ ਹੈ, ਤੁਸੀਂ ਦੇਖਦੇ ਵੀ ਹੋਵੋਗੇ ਸਮਾਜ ਦੇ ਅੰਦਰ, ਕਿ ਉਹੀ ਮਾਤਾ ਪਿਤਾ ਜਦੋਂ ਬੱਚਾ ਆਗਿਆਕਾਰ ਨਹੀਂ ਰਹਿੰਦਾ, ਜਦੋਂ ਬੱਚੇ ਦੇ ਮਨ ਵਿੱਚ ਮੈਲ ਆ ਜਾਂਦੀ ਹੈ, ਬੱਚਾ ਮਾਤਾ ਪਿਤਾ ਤੋਂ ਜ਼ਿਆਦਾ ਮਾਤਾ ਪਿਤਾ ਦੀ ਮਾਇਆ ਦੇ ਨਾਲ ਖੇਡਦਾ, ਧਿਆਨ ਜ਼ਿਆਦਾ ਉਧਰ ਹੁੰਦਾ, ਆਗਿਆਕਾਰ ਨਹੀਂ ਰਹਿੰਦਾ, ਹੁਕਮ ਵਿੱਚ ਨਹੀਂ ਚੱਲਦਾ, ਤੇ ਫਿਰ ਉਹੀ ਮਾਤਾ ਪਿਤਾ ਕਈ ਵਾਰੀ ਨਿਊਜ਼ਪੇਪਰ ਵਿੱਚ ਕਢਾ ਦਿੰਦੇ ਨੇ ਕਿ ਅਸੀਂ ਇਹ ਬੱਚਾ ਆਪਣੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ। ਹੁੰਦਾ ਉਹੀ ਹੈ, ਉਹੀ ਬੱਚਾ ਜਿਹੜਾ ਸਾਡੇ ਤੋਂ ਸਾਰਾ ਕੁਝ ਪ੍ਰਾਪਤ ਕਰ, ਪਰ ਜੇ ਉਹ ਆਪਣਾ ਆਪ ਜਤਾਵੇਗਾ, ਜੇ ਉਸ ਦੀ ਜਿੱਦ ਵਿੱਚ ਮੈਲ ਹੋ ਜਾਵੇਗੀ, ਜੇ ਉਹ ਆਗਿਆਕਾਰ ਨਹੀਂ ਰਹੇਗਾ, ਜੇ ਹੁਕਮ ਨਹੀਂ ਮੰਨੇਗਾ, ਜੇ ਭੈ ਵਿੱਚ ਨਹੀਂ ਰਹੇਗਾ, ਤੇ ਫਿਰ ਇਹ ਸਾਰੀਆਂ ਚੀਜ਼ਾਂ ਮਾਤਾ ਪਿਤਾ ਹੱਥ ਘੁੱਟ ਵੀ ਲੈਣਗੇ। ਗੁਰੂ ਨਾਲ ਵੀ ਮਾਨੋ ਸਾਡਾ ਰਿਸ਼ਤਾ ਇਸੇ ਤਰ੍ਹਾਂ ਦਾ ਹੈ। ਜਦੋਂ ਅਸੀਂ ਵੱਡੇ ਬਣ ਕੇ ਆਉਂਦੇ ਹਾਂ ਕਿ ਮੈਂ ਇੰਨਾ ਨਿਤਨੇਮ ਕੀਤਾ, ਮੈਂ ਇੰਨੀ ਸੇਵਾ ਕੀਤੀ, ਫਿਰ ਅਸੀਂ ਪ੍ਰਾਪਤ ਕੁਝ ਨਹੀਂ ਕਰ ਸਕਦੇ। ਸਤਿਗੁਰਾਂ ਦੀ ਹਜ਼ੂਰੀ ਜਦੋਂ ਵੀ ਆਉਣਾ ਹੈ, ਬੱਚੇ ਬਣ ਕੇ ਆਉਣਾ ਹੈ, ਨਿਤਾਣੇ ਬਣ ਕੇ, ਨਿਮਾਣੇ ਬਣ ਕੇ ਆਉਣਾ, ਅਰਦਾਸ ਕਰਨੀ। ਨਿਤਨੇਮ ਤੇ ਸਾਧ ਸੰਗਤ ਇੱਕ ਦਿਨ ਅਸੀਂ ਕਰਕੇ ਕਿਸੇ ਨੂੰ ਦੱਸ ਦਈਏ ਨਾ, ਤੇ ਦੂਸਰੇ ਦਿਨ ਕਲਯੁਗ ਦਾ ਪ੍ਰਭਾਵ ਪੈ ਜਾਂਦਾ, ਹੁੰਦਾ ਨਹੀਂ ਨਿਤਨੇਮ। ਜਦੋਂ ਤੁਸੀਂ ਨੇਮ ਕਰਨਾ ਤੇ ਇਹਨੂੰ ਹੀਰੇ ਵਾਂਗ ਲੁਕੋ ਕੇ ਰੱਖਣਾ ਹੈ, ਦੱਸਣ ਦੀ ਲੋੜ ਨਹੀਂ ਕਿਸੇ ਨੂੰ ਕਿ ਅਸੀਂ ਨੇਮ ਕਰਦੇ, ਦਿਖਾਵਾ ਕਰਨ ਦੀ ਲੋੜ ਨਹੀਂ, ਹੁੰਦਾ ਨਹੀਂ, ਖੋਇਆ ਜਾਂਦਾ। ਗੁਰੂ ਦੀ ਹਜ਼ੂਰੀ ਵਿੱਚ ਜਦੋਂ ਵੀ ਆਉਣਾ, ਨਿਮਰਤਾ ਸਹਿਤ ਆ ਕੇ ਬੇਨਤੀ ਕਰਨੀ ਹੈ, ਪਾਤਸ਼ਾਹ ਤੁਮ ਮਾਤ ਪਿਤਾ ਹਮ ਬਾਰਕ। ਪਰ ਇੱਥੇ ਅਸੀਂ ਆਉਂਦੇ ਹਾਂ ਐਕਸਪੀਰੀਅੰਸ ਲੈ ਕੇ, ਗਿਣਤੀ ਲੈ ਕੇ, ਇੰਨੀਆਂ ਬਾਣੀਆਂ ਮੈਂ ਪੜ੍ਹੀਆਂ, ਇੰਨੇ ਪਾਠ, ਮੁਬਾਰਕ ਹੈ ਜਿੰਨੇ ਮਰਜ਼ੀ ਕਰੋ, ਪਰ ਸਤਿਗੁਰਾਂ ਦੇ ਅੱਗੇ ਉਹ ਨਹੀਂ ਚੱਲਦੇ। ਮੈਂ ਬੇਨਤੀ ਕਰਦਾ ਹੁੰਦਾ, ਉਸ ਇੱਕ ਨੂੰ ਪ੍ਰਾਪਤ ਕਰਨਾ ਹੈ ਨਾ, ਉਸ ਇੱਕ ਨੂੰ ਪ੍ਰਾਪਤ ਕਰਨਾ ਤੇ ਅੰਦਰੋਂ ਜ਼ੀਰੋ ਹੋਣਾ ਪਵੇ। ਅਸੀਂ ਉਹ ਹੋਣ ਨੂੰ ਤਿਆਰ ਨਹੀਂ, ਅਸੀਂ ਗੁਰੂ ਦਾ ਹੁਕਮ ਮੰਨਣ ਨੂੰ ਤਿਆਰ ਨਹੀਂ, ਗੁਰੂ ਦਾ ਬਚਨ ਮੰਨਣ ਨੂੰ ਤਿਆਰ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨ। ਤੇ ਗੁਰੂ ਨੇ ਇਹ ਬਚਨ ਕਰ ਦਿੱਤਾ, ਤੇ ਇਸ ਮਨ ਨੇ ਮੰਨ ਲੈਣਾ ਹੈ। ਇਹ ਮਨ ਮੰਨਦਾ ਨਹੀਂ, ਫਿਰ ਸਹਿਜੇ ਸਹਿਜੇ ਦੂਰ ਹੁੰਦਾ ਜਾਂਦਾ, ਇਹਨੂੰ ਚੰਗਾ ਨਹੀਂ ਲੱਗਦਾ, ਮਿੱਠਾ ਨਹੀਂ ਲੱਗਦਾ ਬਾਣੀ ਪੜ੍ਹਨਾ, ਬਾਣੀ ਸੁਣਨਾ। ਕਿਉਂ? ਕਿਉਂਕਿ ਮਨ ਨੂੰ ਰੋਗ ਚਿੰਬੜੇ। ਕਦੀ ਧਿਆਨ ਨਾਲ ਸਾਧ ਸੰਗਤ ਗੁਰੂ ਦੀ ਗੋਦ ਵਿੱਚ ਬੈਠ ਕੇ ਇਹ ਵਿਚਾਰਨ ਦਾ ਯਤਨ ਕਰੀਏ ਆਪਾਂ ਕਿ ਸਾਰੀ ਜ਼ਿੰਦਗੀ ਸਾਨੂੰ ਇਹ ਰੋਗ ਜਿਹੜੇ ਨੇ ਘੁਮਾਈ ਰੱਖਦੇ, ਚੱਕਰਾਂ ਵਿੱਚ ਪਾਈ ਰੱਖਦੇ ਨੇ ਇਹ ਰੋਗ। ਪਰ ਜਦੋਂ ਗੁਰੂ ਕੀ ਸ਼ਰਨ ਆਵਾਂਗੇ ਨਾ, ਜਦੋਂ ਸਤਿਗੁਰੂ ਦਾ ਪਤਾ ਫੜਾਂਗੇ, ਸਤਿਗੁਰੂ ਕਹਿੰਦੇ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ। ਗੁਰੂ ਸੰਭਾਲਵੇਗਾ, ਗੁਰੂ ਸੰਭਾਲਵੇਗਾ। ਕਈ ਵਾਰੀ ਅਕਸਰ ਇਹ ਸਵਾਲ ਹੁੰਦਾ ਹੈ ਕਿ ਬਾਣੀ ਪੜ੍ਹਦੇ, ਧਿਆਨ ਨਾਲ ਸੁਣਿਓ ਸਾਰੇ, ਕਿਉਂਕਿ ਸਾਰਿਆਂ ਦਾ ਸਵਾਲ ਹੁੰਦਾ। ਬਾਣੀ ਪੜ੍ਹਦੇ ਆ, ਮਨ ਨਹੀਂ ਟਿਕਦਾ। ਬਾਣੀ ਪੜ੍ਹਦੇ ਆ, ਮਨ ਟਿਕਦਾ ਨਹੀਂ, ਇੱਧਰ ਉੱਧਰ ਭੱਜ ਜਾਂਦਾ। ਸਾਧ ਸੰਗਤ ਖਿਆਲ ਕਰਿਓ, ਫਿਰ ਵਚਨ ਦੁਹਰਾ ਦਵਾਂ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ। ਹੁਣ ਜਦੋਂ ਕਿਸੇ ਕੱਪੜੇ ਨੂੰ ਮੈਲ ਲੱਗੀ ਹੁੰਦੀ ਹੈ, ਕਿ ਉਹ ਕੱਪੜਾ ਬਿਲਕੁਲ ਸਿੱਧਾ ਰੱਖ ਕੇ ਪ੍ਰੈਸ ਕਰਕੇ ਤੇ ਉਸ ਦੀ ਮੈਲ ਕੱਢੀ ਜਾ ਸਕਦੀ ਹੈ? ਨਹੀਂ ਕੱਢੀ ਜਾ ਸਕਦੀ। ਕਿ ਕੱਢੀ ਜਾ ਸਕਦੀ ਹੈ? ਉਸ ਨੂੰ ਮਸ਼ੀਨ ਵਿੱਚ ਪਾਵਾਂਗੇ। ਅੱਜ ਕੱਲ੍ਹ ਮਸ਼ੀਨਾਂ ਆ ਗਈਆਂ, ਪਹਿਲਾਂ ਬੀਬੀਆਂ ਭੈਣਾਂ ਥਾਪੀ ਦੇ ਨਾਲ ਕੱਪੜਾ ਧੋਂਦੀਆਂ ਸਨ, ਮਾਨੋ ਕੱਪੜੇ ਨੂੰ ਕੁੱਟਣ ਵਾਲਾ ਹੀ ਕੰਮ ਹੁੰਦਾ। ਕੁੱਟ ਕੇ ਕੱਪੜੇ ਦੀ ਜਾਨ ਕੱਢ ਦੇਣੀ, ਉਸ ਦੀ ਮੈਲ ਕੱਢਣੀ। ਫਿਰ ਵੀ ਕਈ ਵਾਰੀ ਇੰਨੀ ਮੈਲ ਹੁੰਦੀ ਹੈ ਕਿ ਉਸ ਨੂੰ ਗਰਮ ਪਾਣੀ ਦੇ ਵਿੱਚ ਸਰਫ ਪਾ ਕੇ ਵੀ ਡੁਬੋਣਾ ਪੈਂਦਾ। ਮਨ ਵੀ ਮਾਨੋ ਉਸ ਕੱਪੜੇ ਦੀ ਨਿਆਈ ਹੈ ਕਿ ਇਸ ਨੂੰ ਬਿਲਕੁਲ ਆਰਾਮ ਦੇ ਨਾਲ ਬਾਣੀ ਰਾਸ ਨਹੀਂ ਆਉਂਦੀ। ਜਦੋਂ ਬਾਣੀ ਪੜਾਂਗੇ, ਬਾਣੀ ਨੇ ਚੋਟ ਕਰਨੀ, ਬਾਣੀ ਨੇ ਜਦੋਂ ਚੋਟ ਕਰਨੀ, ਇਸ ਨੇ ਤੜਪਣਾ, ਕਿਉਂਕਿ ਇਹ ਉਹ ਚੀਜ਼ਾਂ ਜੋ ਬਾਣੀ ਵਿੱਚ ਲਿਖੀਆਂ ਨੇ ਉਹ ਇਹਨੂੰ ਚੰਗੀਆਂ ਨਹੀਂ ਲੱਗਦੀਆਂ। ਇਸਨੇ ਤੜਪਣਾ ਤੇ ਤੁਹਾਨੂੰ ਟਿਕਣ ਨਹੀਂ ਦੇਣਾ।
पर इस गल के भै विच कई बार असीं सारी सारी जिंदगी लंघा लेंगे, मन टिकदा नहीं। मन टिक जाएगा जदों इसकी मैल लै जाए। बड़े प्यारे बचन सतगुरां दी बाणी दे, क्या सवणा क्या गुरमुख ते परवान। हुण असीं कहते कि असीं जागदे हुए बाणी पढ़नी, सतगुरु कहते उसका सौना भी परवान है जिसका मन जुड़ गया। गुरमुख हसै गुरमुख रोवै, जे गुरमुख करे साई भगत हो। कैसे कैसे प्यारे बचन ने, किन्ने भरम सतगुरु कढ़ते हैं। जिहड़ा गुरमुख का जीवन है साध संगत, मनमुख का जिहड़ा जीवन है उस दियां सारियां दिन विच कीतियां होईयां हरकतां जिहड़ियां ने वो गुरु तो दूर ले जाण वालियां। ताईं असीं अरदास करदे हां, सही प्यारे मेल जिन्हां मिलिया तेरा नाम चिता। जिहड़ियां गुरमुख दीयां हरकतां ने, गुरमुख का जिहड़ा जीवन है ना वो सतगुरु के सिद्धांत अनुसार होएगा, सतगुरु के आशय अनुसार होएगा। क्योंकि जो गुरु ने वचन किया उसने मन्निया, उसके मन की मैल उतरी हुई। वो जीओ निर्मल बाहरों निर्मल, वो एको जिक्का होता है, बिल्कुल बराबर होता है। कि असीं जीओ मैले बाहरों निर्मल बनने की कोशिश करते हैं, पर अंदरों साडे जिहड़ी मैल है, जिहड़े रोग चिमड़े हुए ने ना, और तकरीबन वचन पढ़े आप, जो जो दिसै सो सो रोगी। सारी दुनिया रोगी हुई फिरती है, कोई विरला एक गुरु प्यार वाला जिहड़ा ना वो इन्हां रोगों तो बचता है। वो इन्हां चीज़ों तो बच के अपना जीवन जिहड़ा गुरु आशय अनुसार ढाल के ते सफल कर लेंदा। सवेरे भी वचन साझा किया सी, एक शब्द मेरा प्राण वस्त है, बहुत जन्म ना आवा। साध संगत बड़ा औखा है जीवन, बड़ा औखा जीवन है। और कई बार किसी बजुर्ग को बेनती करिए कि कितनी उम्र हो गई और कितना लंघी है जी, क्योंकि वो कह देते पता ही नहीं लगे। 70 साल 80 साल की उम्र लंघ गई, पता ही नहीं लग्या। और वाकई ऐसा होता है साथ संगत, पता ही नहीं लगता जीवन किधर तुरिया जाता, किधर तुरिया जाता। क्योंकि रोग जिहड़े ने ना, इन्होंने सानू दुनिया बड़ी मिठी बना के दी हुई, बहुत मिठी लगती सानू ये दुनिया। आओ सतगुरां दी ओट विच बैठे हाँ, गुरु ग्रंथ साहिब पातशाह जी हजूरी दे अंदर शब्द मेरे वीर ने हुक्म किया, मैं गरीब सच टेक तू मेरे सतगुर पूरे। साडी बाणी ते साध संगत एक ओंकार तो शुरू, एक होर कोई नहीं, होर कोई भी नहीं। और जिस दी गुरु ग्रंथ साहिब पातशाह जी तो पूरी ना पई साध संगत, सारी दुनिया भटक लवे होर कितों पूरी नहीं पै सकती। वो भी तो शरण आए सी ना गुरु तेग बहादुर पातशाह जी की, कि साडे धर्म की रखिया करो, साडा धर्म खतरे में। उन्होंने कोल भी बहुत कुछ सी, पर बांह किने फड़ी गुरु तेग बहादुर पातशाह। और बांह जो फड़ी है, बाहें जिन्होंने पकड़ी है, बाहें। आओ शब्द की सांझ पाइए, मैं गरीब सच टेक तू मेरे सतगुरु। कोई भी रचना वांझी ना, बहुत सारे शब्दों के हुक्म ने, पर कुछ असीं अपने मन के नाल सुणावांगे, कुछ आप संगतां की सेवा जिस तरह हुक्म कल के दीवान दे विच भी साझे करांगे। मैं बेनती करांगा, संगत गोलियां दे विच बहुत है, पर मैनूं दर्शन नहीं हो रहे। वध तो वध अपने आस पास के रिश्तेदारों, सगे संबंधियों, मित्रों, दोस्तों प्रेर के गुरु घर लैके आया करो। ये भी सेवा साध संगत, किसी के मन में किसी के कन्ना दे विच बाणी पै जाए, बहुत वड्डी सेवा है। करो कृपा सारे। मैं गरीब सच टेक तू मेरे सतगुर पूरे। मैं गरीब सच टेक तू मेरे सतगुर पूरे। सच टेक तू मेरे सतगुर पूरे। सारे पढ़ो। मैं गरीब सच टेक तू मेरे सतगुर पूरे। देख तुम्हारा
दर्शनो देख तुम्हारा दर्शनो मेरा मन तेरे मेरा मन तेरे मैं गरीब सच टेक दूं मेरे सतगुर पूरे मैं गरीब सच टेक दूं मेरे सतगुर पूरे कोई ना किसी संग काहे कर दिए काहे कर दिए एक नाम आधार और कर दिए मेरे सतगुर राजमाल जंजाल काज न किते करो काज न किते करो हर कीर्तन आधार नेह जल एह तनो नेह जल एह तनो नेह जल एह तनो
ਸੁਖ ਕਾ ਨਾਮ ਨਿਧਾਨ, ਨਾਮ ਨਿਧਾਨ। ਸੁਖ ਕਾ ਨਾਮ ਨਿਧਾਨ, ਸੁਖ ਕਾ ਨਾਮ ਨਿਧਾਨ, ਗੁਰਮੁਖ ਗਾਵਿਆ ਗੁਰਮੁਖ ਗਾਵਿਆ। ਵਾਹਿਗੁਰੂ 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 ਵਾਹਿਗੁਰੂ